गुड मॉर्निंग स्टूडेंट्स। मेरा नाम है अंशुमन कंसल। मैं गवर्नमेंट सीनियर ਸੈਕੰਡਰੀ ਸਕੂਲ ਰੋੜੀ ਕੁਪੂਰਾ ਵਿਖੇ ਕੰਪਿਊਟਰ ਅਧਿਆਪਕ ਹਾਂ। ਸੋ ਅੱਜ ਅਸੀਂ ਪ੍ਰੋਗਰਾਮਿੰਗ ਬਾਰੇ ਪੜਾਂਗੇ। ਸੋ ਸਾਨੂੰ ਪਤਾ ਕਿ ਸਾਡੇ ਸਿਲੇਬਸ ਦੇ ਵਿੱਚ ਸੀ ਭਾਸ਼ਾ ਇੱਕ ਪ੍ਰੋਗਰਾਮਿੰਗ ਲੈਂਗੁਏਜ ਹੈ। ਸੋ ਅੱਜ ਅਸੀਂ ਉਸ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਫੰਕਸ਼ਨਾਂ ਬਾਰੇ ਗੱਲ ਕਰਾਂਗੇ। ਸੋ ਮੈਂ ਫੰਕਸ਼ਨਾਂ ਨੂੰ ਤਿੰਨ ਪਾਰਟਸ ਵਿੱਚ ਵੰਡਿਆ ਹੋਇਆ ਹੈ। ਪਹਿਲਾ ਹੈਗੇ ਇਨਪੁਟ ਫੰਕਸ਼ਨ, ਜਿਹੜੇ ਕਿ ਇੱਕ ਯੂਜ਼ਰ ਤੋਂ ਇਨਪੁਟ ਲੈਣ ਲਈ ਵਰਤੇ ਜਾਂਦੇ ਹਨ। ਇੱਕ ਹੁੰਦੇ ਆਊਟਪੁੱਟ ਫੰਕਸ਼ਨਸ, ਜਿਹੜੇ ਯੂਜ਼ਰ ਨੂੰ ਕੁਝ ਵੀ ਆਊਟਪੁੱਟ ਦਿਖਾਉਣ ਲਈ ਵਰਤੇ ਜਾਂਦੇ ਹਨ। ਇੱਕ ਹੁੰਦੇ ਸਟ੍ਰਿੰਗ ਫੰਕਸ਼ਨ, ਜਿਹੜਾ ਸਟ੍ਰਿੰਗ ਦੇ ਉੱਤੇ ਕੋਈ ਵੀ ਕੰਮ ਕਰਨ ਲਈ ਅਸੀਂ ਫੰਕਸ਼ਨਾਂ ਦੀ ਵਰਤੋਂ ਕਰਦੇ ਹਾਂ। ਸੋ ਅਸੀਂ ਸਭ ਤੋਂ ਪਹਿਲਾਂ ਮੈਂ ਇਸ ਲਈ ਕੋਡ ਬਲੌਕਸ ਯੂਜ਼ ਕਰ ਰਿਹਾ। ਸੌਫਟਵੇਅਰ ਇੱਕ ਕੰਪਾਈਲਰ ਹੈ ਜਿਹੜਾ ਕਿ ਸੀ ਭਾਸ਼ਾ ਲਈ ਵਰਤਿਆ ਜਾਂਦਾ ਹੈ। ਹੁਣ ਦੇਖੋ ਅਸੀਂ ਇੱਕ ਬੇਸਿਕ ਜਿਹਾ ਪ੍ਰੋਗਰਾਮ ਬਣਾਉਂਦੇ ਹਾਂ। ਪਹਿਲਾਂ ਮੈਂ ਤੁਹਾਨੂੰ printf ਦੀ ਵਰਤੋਂ ਕਰਕੇ, ਜਿਹੜਾ printf ਕੀ ਇੱਕ ਆਊਟਪੁੱਟ ਫੰਕਸ਼ਨ ਹੈ, printf ਦੀ ਫੰਕਸ਼ਨ ਵਰਤੋਂ ਕਰਕੇ ਆਪਾਂ ਇੱਕ ਪ੍ਰੋਗਰਾਮ ਬਣਵਾਉਂਦੇ ਹਾਂ। ਸੋ ਦੇਖੋ ਸਾਰਿਆਂ ਨਾਲੋਂ ਪਹਿਲਾਂ ਅਸੀਂ ਕੀ ਲਗਾਉਂਦੇ ਹਾਂ, ਹੈਸ਼ ਮੀਨਸ ਕੀ ਹੁੰਦਾ, ਪ੍ਰੀ ਪ੍ਰੋਸੈਸਰ। ਪ੍ਰੀ ਦਾ ਮਤਲਬ ਹੁੰਦਾ ਪਹਿਲਾਂ, ਮਤਲਬ ਜਿਹੜੀ ਵੀ ਹਦਾਇਤਾਂ ਅੱਗੇ ਪ੍ਰੀ ਪ੍ਰੋਸੈਸਰ ਲੱਗਿਆ ਹੋਵੇਗਾ, ਹੈਸ਼ ਲੱਗਿਆ ਹੋਵੇਗਾ, ਉਹ ਹਦਾਇਤਾਂ ਸਾਰਿਆਂ ਨਾਲੋਂ ਪਹਿਲਾਂ ਚੱਲਣਗੀਆਂ, ਐਗਜ਼ੀਕਿਊਟ ਹੋਣਗੀਆਂ। ਸੋ ਇਹਦੇ ਵਿੱਚ ਨਾਲ ਲਿਖ ਲਿਆ ਅਸੀਂ ਹੈਸ਼ ਇਨਕਲੂਡ, ਉਰੇ ਅਸੀਂ ਹੈਡਰ ਫਾਈਲ ਦਾ ਨਾਮ ਪਾਵਾਂਗੇ। ਹੁਣ ਦੇਖੋ ਜੇ ਅਸੀਂ ਇਨਪੁਟ ਤੇ ਆਊਟਪੁੱਟ ਫੰਕਸ਼ਨ ਦੀ ਵਰਤੋਂ ਕਰਨੀ ਹੈ ਤਾਂ ਉਸ ਲਈ ਅਸੀਂ ਕਿਹੜੀ ਹੈਡਰ ਫਾਈਲ ਵਰਤਦੇ ਹਾਂ, stdio.h। ਹੁਣ ਦੇਖੋ ਇਸ ਤੋਂ ਬਾਅਦ ਮੇਨ ਫੰਕਸ਼ਨ ਤੋਂ ਸਾਨੂੰ ਪਤਾ ਕਿ ਸ਼ੁਰੂਆਤ ਹੁੰਦੀ ਹੈ। ਇੱਕ ਗੱਲ ਹਮੇਸ਼ਾ ਧਿਆਨ ਰੱਖਿਓ ਕਿ ਜਿਹੜਾ ਵੀ ਫੰਕਸ਼ਨ ਹੋਏਗਾ ਉਹਦੇ ਪਿੱਛੇ ਗੋਲ ਬ੍ਰੈਕਟਾਂ ਹੋਣਗੀਆਂ, ਜਿਵੇਂ ਕਿ ਆਪਾਂ ਮੇਨ ਦੇ ਪਿੱਛੇ ਪਾਈਆਂ। ਇਸ ਤੋਂ ਬਾਅਦ ਆਉਂਦੀ ਫੰਕਸ਼ਨ ਦੀ ਬਾਡੀ। ਹੁਣ ਇਹ ਫੰਕਸ਼ਨ ਦੀ ਬਾਡੀ ਦੇ ਵਿੱਚ ਆਪਾਂ ਜੋ ਵੀ ਹਦਾਇਤਾਂ ਲਿਖਾਂਗੇ ਉਹ ਸਾਰੀਆਂ ਜਦੋਂ ਮੇਨ ਫੰਕਸ਼ਨ ਚੱਲੇਗਾ ਤਾਂ ਉਹ ਚੱਲ ਪੈਣਗੀਆਂ। ਸੋ ਅਸੀਂ ਕੀ ਕਰਦੇ ਹਾਂ, printf ਦੀ ਵਰਤੋਂ ਕਰਕੇ, ਜਿਹੜਾ printf ਕੀ ਇੱਕ ਆਊਟਪੁੱਟ ਫੰਕਸ਼ਨ ਹੈ, ਅਸੀਂ ਇੱਕ ਪ੍ਰੋਗਰਾਮ ਬਣਾਉਂਦੇ ਹਾਂ। ਮੋਰੇ ਲਿਖਤਾ printf, ਮੈਂ ਉਹਦਾ ਨਾਮ ਲਿਖਤਾ ਮਾਈ ਨੇਮ ਇਜ਼ ਅੰਸ਼ੁਮਨ ਕੰਸਲ। ਸੋ ਅਸੀਂ ਸਿਰਫ ਇੱਕ ਬੇਸਿਕ ਜਿਹਾ ਪ੍ਰੋਗਰਾਮ ਚਲਾਉਂਦੇ ਹਾਂ। ਹੁਣ ਦੇਖੋ ਜਦੋਂ ਅਸੀਂ ਆਹ ਚਲਾਵਾਂਗੇ ਤਾਂ printf ਨੇ ਕੀ ਕਰ ਦੇਣਾ, ਇੱਕ ਆਊਟਪੁੱਟ ਜਨਰੇਟ ਕਰ ਦੇਣੀ ਹੈ। ਤਾਂ ਆਊਟਪੁੱਟ ਕੀ ਆ ਜਾਊਗੀ, ਆ ਦੇਖੋ ਆਊਟਪੁੱਟ ਕੀ ਆ ਗਈ, ਮਾਈ ਨੇਮ ਇਜ਼ ਅੰਸ਼ੁਮਨ ਕੰਸਲ, ਕਿਉਂਕਿ ਅਸੀਂ ਉਸ ਵਿੱਚ ਲਿਖਿਆ ਹੋਇਆ ਸੀਗਾ ਕਿ ਮੇਰਾ ਨਾਮ ਅੰਸ਼ੁਮਨ ਕੰਸਲ ਹੈ। ਇੰਨੀ ਗੱਲ ਹੋਪ ਤੁਹਾਨੂੰ ਸਮਝ ਆ ਗਈ ਹੋਊਗੀ। ਇਸ ਤੋਂ ਬਾਅਦ ਅਸੀਂ ਕਿਸ ਚੀਜ਼ ਵਰਤੋਂ ਕਰਦੇ ਹਾਂ, ਇੱਕ ਇਨਪੁਟ ਫੰਕਸ਼ਨ ਦੀ ਵਰਤੋਂ ਕਰਦੇ ਹਾਂ। ਹੁਣ ਅਸੀਂ ਮੰਨ ਲੈਂਦੇ ਹਾਂ ਕਿ ਮੈਂ ਇੱਕ ਬੱਚੇ ਦਾ ਇੱਕ ਵਿਦਿਆਰਥੀ ਦਾ ਰੋਲ ਨੰਬਰ ਇਨਪੁਟ ਕਰਵਾਉਣਾ ਹੈ, ਤਾਂ ਉਸ ਲਈ ਮੈਂ ਇੱਕ ਵੇਰੀਏਬਲ ਲੈ ਲਿਆ ਇੰਟ ਰੋਲ ਨੰਬਰ। ਤੁਸੀਂ ਇੱਕ ਗੱਲ ਹੋਰ ਧਿਆਨ ਰੱਖਿਓ, ਮੈਂ ਤੁਹਾਨੂੰ ਦੱਸ ਦਿੰਦਾ ਕਿ ਪਹਿਲਾਂ ਤਾਂ ਜਿਹੜੀ ਇੰਟੀਜਰ ਹੈ ਇੱਕ ਡਾਟਾ ਟਾਈਪ ਹੈ। ਅਸੀਂ ਇੰਟੀਜਰ ਹੀ ਕਿਉਂ ਵਰਤੀ, ਕਿਉਂਕਿ ਅਸੀਂ ਰੋਲ ਨੰਬਰ ਉਹ ਇੱਕ ਨੰਬਰ ਹੈ। ਜਦੋਂ ਵੀ ਅਸੀਂ ਨੰਬਰ ਬਿਨਾਂ ਦਸ਼ਮਲਵ ਤੋਂ ਇੱਕ ਐਂਟਰ ਕਰਵਾਉਣਾ ਯੂਜ਼ਰ ਤੋਂ, ਉਸ ਲਈ ਅਸੀਂ ਕੀ ਕਰਦੇ ਹਾਂ, ਇੰਟੀਜਰ ਡਾਟਾ ਟਾਈਪ ਵਰਤਦੇ। ਦੂਜੀ ਗੱਲ, ਜਿਹੜਾ ਇੱਕ ਵੇਰੀਏਬਲ ਨੇਮ ਹੈ, ਤੁਸੀਂ ਵੇਰੀਏਬਲ ਨੇਮ ਦੇ ਵਿੱਚ ਇੱਕ ਗੱਲ ਜ਼ਰੂਰ ਧਿਆਨ ਰੱਖਣੀ ਹੈ ਕਿ ਜਿਹੜਾ ਵੇਰੀਏਬਲ ਨੇਮ ਹੋਊਗਾ ਉਹਦੇ ਵਿੱਚ ਕਦੇ ਵੀ ਸਪੇਸਿਸ ਨਹੀਂ ਆਉਂਦੀਆਂ। ਸੋ ਪੂਰਾ ਵੇਰੀਏਬਲ ਨੇਮ ਇੱਕੋ ਹੋਊਗਾ ਤੇ ਉਸ ਵਿੱਚ ਅਸੀਂ ਅੰਡਰਸਕੋਰ ਪਾ ਸਕਦੇ ਹਾਂ। ਓਕੇ, ਤਾਂ ਹੁਣ ਅਸੀਂ ਕੀ ਕਰਦੇ ਹਾਂ, ਪਹਿਲਾਂ ਆਪਾਂ ਲਿਖ ਦਿੰਦੇ ਹਾਂ ਕਿ ਐਂਟਰ ਯੋਰ ਰੋਲ ਨੰਬਰ। ਯੂਜ਼ਰ ਨੂੰ ਦੱਸ ਦਿੰਦੇ ਹਾਂ ਕਿ ਤੂੰ ਕੀ ਕਰ, ਆਪਦਾ ਨਾਮ ਐਂਟਰ ਕਰ। ਲਿਖਤਾ ਐਂਟਰ ਯੋਰ ਰੋਲ ਨੰਬਰ। ਉਹ ਇਹ ਐਜ਼ ਇਟ ਇਜ਼ ਪ੍ਰਿੰਟ ਹੋ ਜਾਊਗਾ, ਕਿਉਂਕਿ ਅਸੀਂ ਹੁਣ ਦੇਖਿਆ ਹੀ ਹੈ ਕਿ printf ਕਿਵੇਂ ਵਰਕ ਕਰ ਰਿਹਾ। ਇਹ ਤੋਂ ਬਾਅਦ ਅਸੀਂ ਕੀ ਕਰਾਂਗੇ, ਸਕੈਨਐਫ ਚੂਰੀ ਅਸੀਂ ਪਾਤਾ %d। ਹੁਣ %d ਕਿਉਂ ਪਾਇਆ, ਕਿ ਜਦੋਂ ਵੀ ਅਸੀਂ ਇੰਟੀਜਰ ਇਨਪੁਟ ਕਰਨਾ ਤਾਂ ਅਸੀਂ %d ਪਾਉਂਦੇ ਹਾਂ। ਤਾਂ ਹੁਣ ਉਰੇ ਅਸੀਂ ਪਾਤਾ ਰੋਲ, ਜਿਸ ਵਿੱਚ ਇਨਪੁਟ ਕਰਵਾਉਣਾ ਚਾਹੁੰਦੇ ਹਾਂ, ਤਾਂ ਅਸੀਂ ਰੋਲ ਨੰਬਰ ਨਾਮ ਦੇ ਵੇਰੀਏਬਲ 'ਚ ਇਨਪੁਟ ਕਰਾਉਣਾ। ਹੁਣ ਇਸ ਤੋਂ ਬਾਅਦ ਅਸੀਂ ਕੀ ਪ੍ਰਿੰਟ ਕਰਕੇ ਦਿਖਾਉਂਦੇ ਹਾਂ ਯੂਜ਼ਰ ਨੂੰ, printf ਉਰੇ ਲਿਖ ਦਿੰਦੇ ਯੋਰ ਰੋਲ ਨੰਬਰ ਇਜ਼, ਤਾਂ ਉਰੇ ਕੀ ਆਊਗਾ, ਅਸੀਂ %d ਪਾਤਾ, ਕਿਉਂਕਿ ਜਿਹੜਾ ਵੀ ਉਰੇ ਅਸੀਂ ਰੋਲ ਨੰਬਰ ਪਾਵਾਂਗੇ ਤਾਂ ਉਹਦਾ ਮੁੱਲ ਕਿਸ 'ਚ ਆ ਜਾਏਗਾ, %d 'ਚ ਆ ਜਾਏਗਾ। ਹੁਣ ਦੇਖੋ ਜਿਹੜਾ ਜਿੱਥੇ ਅਸੀਂ ਮੁੱਲ ਸ਼ੋਅ ਕਰਨਾ ਰੋਲ ਨੰਬਰ ਦਾ, ਉੱਥੇ ਅਸੀਂ ਕੀ ਪਾਤਾ, %d। ਹੁਣ ਇਸ ਨਾਲ ਅਸੀਂ ਚੈੱਕ ਕਰਦੇ ਹਾਂ ਕੀ ਆਊਟਪੁੱਟ ਆਵੇਗੀ। ਉਹ ਕਹਿੰਦਾ ਐਂਟਰੀ ਯੋਰ ਰੋਲ ਨੰਬਰ, ਇਨ ਸਪੋਜ਼ ਮੈਂ ਪਾਇਆ 25। ਤਾਂ ਹੁਣ ਦੇਖੋ ਇਹਦੇ ਵਿੱਚ ਕੀ, ਹੁਣ ਦੇਖੋ ਜਦੋਂ ਉਸੇ ਰੋਲ ਨੰਬਰ ਪਾਇਆ ਸੀ ਤਾਂ ਉਹ ਸਮਝ ਨਹੀਂ ਪਾਉਂਦਾ ਕਿ ਰੋਲ ਨੰਬਰ ਅਸੀਂ ਕਿੱਥੇ ਪਾਉਣਾ ਹੈ। ਤਾਂ ਅਸੀਂ ਹਮੇਸ਼ਾ ਇੱਕ ਗੱਲ ਹਮੇਸ਼ਾ ਧਿਆਨ ਰੱਖਿਓ, ਉਰੇ ਕੀ ਪਾਉਂਦੇ ਹਾਂ, ਅਸੀਂ ਐਡਰੈਸ ਪਾਉਂਦੇ ਹਾਂ ਵੀ ਉਸ ਐਡਰੈਸ 'ਤੇ ਪਾਤੇ ਰੋਲ ਨੰਬਰ। ਤਾਂ ਬਟ ਜਦੋਂ ਅਸੀਂ ਪ੍ਰਿੰਟ ਕਰਦੇ ਹਾਂ ਤਾਂ ਅਸੀਂ ਕੀ ਕਰਦੇ ਹਾਂ, ਸਿੰਪਲ ਉਹਦਾ ਨਾਮ ਵਰਤਦੇ ਹਾਂ ਵੇਰੀਏਬਲ ਦਾ। ਇਹ ਮੈਂ ਤੁਹਾਨੂੰ ਜਾਣ ਕੇ ਕੀਤਾ ਸੀ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤਾਂ ਜਦੋਂ ਤੁਸੀਂ ਗਲਤੀ ਕਰੋ ਤਾਂ ਤੁਸੀਂ ਉਹ ਚੀਜ਼ ਨੂੰ ਠੀਕ ਕਰ ਸਕਦੇ ਹੋ। ਹੁਣ ਦੇਖੋ ਇਹ ਸਾਡਾ ਬਿਲਕੁਲ ਪਰਫੈਕਟ ਹੋਊਗਾ ਆਨਸਰ। ਹੁਣ ਦੇਖੋ ਮੈਂ ਉਹਨਾਂ ਨੇ 25 ਭਰਿਆ,
ਤਾਂ ਉੱਥੇ ਕੀ ਪ੍ਰਿੰਟ ਹੋ ਗਿਆ, ਯੋਰ ਰੋਲ ਨੰਬਰ ਇਜ਼ 25। ਹੁਣ ਦੇਖੋ ਆਪਾਂ ਉਰੇ ਪਰਸੈਂਟੇਜ ਡੀ ਦੀ ਜਗ੍ਹਾ ਕੀ ਆ ਗਿਆ, ਉਹਦਾ ਰੋਲ ਨੰਬਰ ਜਿਹੜਾ ਅਸੀਂ ਇਨਪੁਟ ਕੀਤਾ ਸੀ 25 ਇਨਪੁਟ ਕੀਤਾ ਸੀ ਤਾਂ 25 ਆ ਗਿਆ। ਠੀਕ ਹੈ, ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਊਗਾ ਪ੍ਰਿੰਟਐਫ ਤੇ ਸਕੈਨਐਫ ਫੰਕਸ਼ਨ ਦਾ ਕੰਮ, ਇਹ ਦੋਵੇਂ ਇਨਪੁਟ ਤੇ ਆਊਟਪੁੱਟ ਫੰਕਸ਼ਨਸ ਹੈ, ਰਾਈਟ। ਸੋ ਹੁਣ ਅਸੀਂ ਨੈਕਸਟ ਇਨਪੁਟ ਤੇ ਆਊਟਪੁੱਟ ਫੰਕਸ਼ਨ ਦੀ ਗੱਲ ਕਰਦੇ ਹਾਂ। ਹੁਣ ਮੰਨ ਲਓ ਮੈਂ ਸਕੈਨਐਫ ਦੀ ਜਗ੍ਹਾ ਵਰਤਦਾ ਹਾਂ, ਮੰਨ ਲਓ ਮੈਂ ਚਾਹੁੰਦਾ ਕਿ ਯੂਜ਼ਰ ਕੋਈ ਵੀ ਇੱਕ ਕਰੈਕਟਰ ਕੱਲਾ ਅੱਖਰ, ਕਰੈਕਟਰ ਕੀ ਹੁੰਦਾ, ਇੱਕ ਕੱਲਾ ਅੱਖਰ ਇਨਪੁਟ ਕਰੇ, ਤਾਂ ਉਸ ਲਈ ਅਸੀਂ ਕਿਹੜਾ ਫੰਕਸ਼ਨ ਦੀ ਵਰਤੋਂ ਕਰਦੇ, ਗੈਟ ਕੈਰ। ਤਾਂ ਮੂਹਰੇ ਲਿਖ ਲਿਆ ਗੈਟ ਕੈਰ। ਸਾਨੂੰ ਪਤਾ ਫੰਕਸ਼ਨ ਦੇ ਪਿੱਛੇ ਗੋਲ ਬ੍ਰੈਕਟਾਂ ਪੈਂਦੀਆਂ ਤਾਂ ਅਸੀਂ ਉਹ ਪਾਤੀਆਂ। ਹੁਣ ਇਹ ਫੰਕਸ਼ਨ ਸਾਨੂੰ ਕੀ ਰਿਟਰਨ ਕਰੇਗਾ, ਹੁਣ ਅਸੀਂ ਕੀ ਕਰਦੇ ਹਾਂ, ਮੰਨ ਲਓ ਇਹਨੂੰ ਕਰੈਕਟਰ 'ਚ ਹੀ ਪਵਾ ਲੈਂਦੇ ਹਾਂ ਅਸੀਂ, ਕਿਉਂਕਿ ਕਰੈਕਟਰ ਦੇ ਰਿਹਾ ਨਾ ਸਾਨੂੰ, ਇੱਕ ਨਵਾਂ ਵੇਰੀਏਬਲ ਲੈ ਲਿਆ ਸੀ ਨਾਮ ਦਾ। ਠੀਕ ਹੈ, ਉਹ ਜਿਹੜਾ ਵੀ ਕਰੈਕਟਰ ਦਊਗਾ ਉਰੇ ਪਵਾ ਲਿਆ। ਤੇ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ, ਉਰੇ ਆਪਾਂ ਪ੍ਰਿੰਟ ਕਰ ਦਿੰਦੇ ਹਾਂ ਯੂ ਹੈਵ ਐਂਟਰਡ ਦਿਸ। ਬਸ ਹੁਣ ਉਰੇ ਕੀ ਪਾ ਦਿੰਦੇ ਹਾਂ ਅਸੀਂ, ਪਰਸੈਂਟੇਜ। ਹੁਣ ਦੇਖੋ ਅਸੀਂ ਕਰੈਕਟਰ ਦੀ ਆਊਟਪੁੱਟ ਕਰਾਉਣੀ ਹੈ ਨਾ, ਤਾਂ ਜਦੋਂ ਵੀ ਅਸੀਂ ਕਰੈਕਟਰ ਦੀ ਆਊਟਪੁੱਟ ਕਰਾਉਣੀ ਹੈ ਤਾਂ ਉਸੇ ਅਸੀਂ ਪਰਸੈਂਟੇਜ ਡੀ ਨਹੀਂ ਦੇਵਾਂਗੇ, ਤਾਂ ਉੱਥੇ ਅਸੀਂ ਕੀ ਦੇਵਾਂਗੇ, ਪਰਸੈਂਟੇਜ ਸੀ। ਤੇ ਅਸੀਂ ਜਿਸ ਦਾ ਮੁੱਲ ਸ਼ੋ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਕਿਹਦਾ ਮੁੱਲ ਸ਼ੋ ਕਰਨਾ, ਸੀ ਦਾ, ਤਾਂ ਉੱਥੇ ਕੀ ਅਸੀਂ ਪਾ ਦਾਂਗੇ, ਪਰਸੈਂਟੇਜ ਸੀ। ਤਾਂ ਹੁਣ ਦੇਖੋ ਇਹਦੇ ਵਿੱਚ ਕੀ ਆਏਗਾ, ਅਸੀਂ ਇਹ ਹਦਾਇਤ ਨੂੰ ਹਟਾ ਦਿੰਦੇ ਕਿਉਂਕਿ ਅਸੀਂ ਰੋਲ ਨੰਬਰ ਦੀ ਵਰਤੋਂ ਨਹੀਂ ਕਰ ਰਹੇ, ਅਸੀਂ ਸਿੰਪਲ ਕੀ ਕੀਤਾ ਹੈ, ਗੈਟ ਕੈਰ। ਗੈਟ ਕੀ ਹੁੰਦਾ ਹੈ, ਗੈਟ ਮਤਲਬ ਹੁੰਦਾ ਹੈ ਲੈਣਾ ਮਤਲਬ ਇਨਪੁਟ ਲੈਣਾ। ਜਿਹੜੇ ਵੀ ਫੰਕਸ਼ਨ ਅੱਗੇ ਗੈਟ ਲੱਗਿਆ ਹੋਊਗਾ ਉਹ ਇੱਕ ਇਨਪੁਟ ਫੰਕਸ਼ਨ ਹੋਊਗਾ। ਅਸੀਂ ਕਿਹਦੀ ਇਨਪੁਟ ਲੈ ਰਹੇ ਹਾਂ, ਕਰੈਕਟਰ, ਗੈਟ ਕੈਰ। ਤਾਂ ਉਹਨੇ ਕਰੈਕਟਰ 'ਚ ਇਨਪੁਟ ਲੈ ਲਈ, ਫਿਰ ਅਸੀਂ ਉਹਨੂੰ ਸ਼ੋ ਕਰਵਾ ਰਹੇ ਹਾਂ। ਹੁਣ ਦੇਖੋ, ਹੁਣ ਜਦੋਂ ਅਸੀਂ ਚਲਾਵਾਂਗੇ ਤਾਂ ਹੁਣ ਇਨਪੁਟ ਲਈ ਉਹ ਵੇਟ ਕਰ ਰਿਹਾ। ਹੁਣ ਇਨਪੁਟ 'ਚ ਮੈਂ ਦੇਖੋ, ਪਹਿਲਾਂ ਮੈਂ ਸਿੰਗਲ ਕਰੈਕਟਰ ਪਾ ਦਿੰਦਾ, ਜੀ ਪਾਤਾ, ਤਾਂ ਆਊਟਪੁੱਟ ਦੇ ਵਿੱਚ ਕੀ ਕਹਿੰਦਾ, ਉਹ ਕਹਿੰਦਾ ਤੁਸੀਂ ਜੀ ਐਂਟਰ ਕੀਤਾ। ਬਟ ਮੈਂ ਤੁਹਾਨੂੰ ਇੱਕ ਵਾਰੀ ਹੋਰ ਚਲਾ ਕੇ ਦਿਖਾਉਣਾ, ਦੇਖੋ ਹੁਣ ਮੈਂ ਮਤਲਬ ਦੋ ਕਰੈਕਟਰ ਪਾਤੇ, ਮੰਨ ਲਓ A B, ਬਟ ਉਹਨੇ ਕੀ ਕਰਨਾ, ਇੱਕੋ ਕਰੈਕਟਰ ਨੂੰ ਚੱਕਣਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਕਰੈਕਟਰ ਕੀ ਹੁੰਦਾ, ਕੱਲਾ ਅੱਖਰ। ਠੀਕ ਹੈ, ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਊਗਾ ਗੈਟ ਕੈਰ ਦਾ ਕੰਮ। ਹੁਣ ਦੇਖੋ ਜਿਵੇਂ ਮੈਂ ਪ੍ਰਿੰਟਐਫ ਨਾਲ ਕਰਵਾਇਆ ਤਾਂ ਮੋਰੇ ਪੁੱਟ ਕੈਰ ਵੀ ਵਰਤ ਸਕਦਾ। ਪੁੱਟ ਕੈਰ ਕੀ, ਇੱਕ ਕਰੈਕਟਰ ਨੂੰ ਆਊਟਪੁੱਟ ਕਰਨ ਲਈ ਇੱਕ ਫੰਕਸ਼ਨ ਹੈ। ਹੁਣ ਸੋ ਅਸੀਂ ਉਹਦੇ ਲਈ ਕੀ ਲਿਖਾਂਗੇ, ਪੁੱਟ ਕੈਰ ਕਿਹਦੀ ਆਊਟਪੁੱਟ ਕਰਨਾ ਚਾਹੁੰਦੇ, ਕਰੈਕਟਰ ਦੀ। ਅਸੀਂ ਉਹ ਕਰੈਕਟਰ ਪਾਤਾ ਇਹਦੇ ਵਿੱਚ, ਉਹਦਾ ਨਾਮ ਕੀ ਲਿੱਤਾ ਸੀ ਅਸੀਂ, ਸੀ। ਠੀਕ ਹੈ, ਹੁਣ ਅਸੀਂ ਸਿੰਪਲ ਜਿਹਾ ਹੀ ਪ੍ਰੋਗਰਾਮ ਚਲਾਉਂਦੇ ਹਾਂ। ਦੇਖੋ ਮੂਰੇ ਕਰੈਕਟਰ ਲਈ ਵੇਟ ਕਰ ਰਿਹਾ, ਮਤਲਬ ਮੈਂ ਪਤਾ ਡੀ ਪਾਤਾ, ਹੁਣ ਉਹਨੇ ਵੀ ਡੀ ਪਾਤਾ ਕਿਉਂਕਿ ਅਸੀਂ ਪੁੱਟ ਕੈਰ ਦਿੱਤਾ ਸੀਗਾ, ਕਿਉਂਕਿ ਪੁੱਟ ਕੈਰ ਕੀ ਇੱਕ ਆਊਟਪੁੱਟ ਫੰਕਸ਼ਨ ਹੈ। ਇੱਕ ਗੱਲ ਹਮੇਸ਼ਾ ਧਿਆਨ ਰੱਖਿਓ, ਜਿੱਥੇ ਵੀ ਪੁੱਟ ਲੱਗਿਆ ਉਹ ਕਦ ਲਈ ਵਰਤਿਆ ਜਾਊਗਾ, ਆਊਟਪੁੱਟ ਲਈ। ਜਿੱਥੇ ਗੈਟ ਲੱਗਿਆ ਉਹ ਕਦ ਲਈ ਹੋਊਗਾ, ਇਨਪੁੱਟ ਲਈ। ਉਦੋਂ ਬਾਅਦ ਜੇ ਕਰੈਕਟਰ ਲੱਗਿਆ ਤਾਂ ਕਰੈਕਟਰ ਦੀ ਇਨਪੁੱਟ। ਠੀਕ ਹੈ, ਜੇ ਐਸ ਲੱਗਿਆ ਤਾਂ ਸਟ੍ਰਿੰਗ ਦੀ, ਉਹ ਅੱਗੇ ਆਪਾਂ ਗੱਲ ਕਰਾਂਗੇ। ਸੋ ਹੋਪਫੁਲੀ ਤੁਹਾਨੂੰ ਕਰੈਕਟਰ ਦਾ ਗੈਟ ਕੈਰ ਤੇ ਪੁੱਟ ਕੈਰ ਦੋਵੇਂ ਸਮਝ ਆ ਗਏ ਹੋਣਗੇ। ਓਕੇ, ਅਸੀਂ ਨੈਕਸਟ ਗੱਲ ਕਰਦੇ ਹਾਂ। ਹੁਣ ਅਸੀਂ ਗੱਲ ਕਰਾਂਗੇ ਗੈਟਸ ਅਤੇ ਪੁੱਟਸ ਫੰਕਸ਼ਨ ਦੀ। ਜਿਹੜਾ ਗੈਟਸ ਹੈ ਉਹ ਕਦ ਲਈ ਹੈ, ਸਟ੍ਰਿੰਗ ਦੀ ਇਨਪੁੱਟ ਲਈ, ਅਤੇ ਪੁੱਟਸ ਹੈਗਾ ਸਟ੍ਰਿੰਗ ਦੀ ਆਊਟਪੁੱਟ ਲਈ। ਹੁਣ ਦੇਖੋ ਸਾਨੂੰ ਇਹ ਤਾਂ ਸਮਝ ਆ ਗਿਆ ਕਿ ਸਟ੍ਰਿੰਗ ਹੁੰਦੀ ਕੀ ਹੈ, ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਕਰੈਕਟਰਾਂ ਦਾ ਇੱਕ ਐਰੇ ਹੁੰਦਾ, ਕਰੈਕਟਰਾਂ ਦਾ ਸਮੂਹ ਹੁੰਦਾ। ਸੋ ਹੁਣ ਅਸੀਂ ਕੀ ਕਰਦੇ ਹਾਂ, ਇੱਕ ਕਰੈਕਟਰ ਐਰੇ ਬਣਾਉਂਦੇ ਹਾਂ। ਤਾਂ ਮੰਨ ਲਾ ਮੈਂ ਇੱਕ ਲੈ ਲਿਆ ਕਰੈਕਟਰ ਨੇਮ ਨਾਮ ਦਾ ਇੱਕ ਐਰੇ ਬਣਾ ਲਿਆ। ਹੁਣ ਸਾਨੂੰ ਪਤਾ ਇਹਦੀ ਮੈਕਸੀਮਮ ਲਿਮਿਟ ਦੇਤੀ ਕਿ ਵੱਧੋ ਵੱਧ ਐਰੇ ਦੇ ਵਿੱਚ ਕਿੰਨਾ ਮੁੱਲ ਪੈ ਸਕਦੇ ਆ, 100 ਕਰੈਕਟਰ ਪੈ ਸਕਦੇ ਆ। ਇੱਕ ਗੱਲ ਹਮੇਸ਼ਾ ਧਿਆਨ ਰੱਖਿਓ, ਜਿਹੜਾ ਕਰੈਕਟਰ ਐਰੇ ਹੁੰਦਾ ਕੋਈ ਵੀ, ਉਹਦੇ ਅੱਗੇ ਚਕੋਰ ਬ੍ਰੈਕਟਾਂ ਦੀ ਵਰਤੋਂ ਕਰਦੇ ਆ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਫੰਕਸ਼ਨ ਅੱਗੇ ਕਿਹਦੀ ਕਰਦੇ ਆ, ਗੋਲ ਬ੍ਰੈਕਟਾਂ ਦੀ। ਠੀਕ ਹੈ, ਸੋ ਐਰੇ ਅੱਗੇ ਕਿਹਦੀ ਵਰਤੋਂ ਕਰਦੇ ਅਸੀਂ, ਚਕੋਰ ਬ੍ਰੈਕਟਾਂ ਦੀ। ਸੋ ਮੈਂ ਉਹਦੇ ਚਕੋਰ ਬ੍ਰੈਕਟਾਂ ਦੀ ਵਰਤੋਂ ਕੀਤੀ ਹੈ। ਠੀਕ ਹੈ, ਤਾਂ ਹੁਣ ਮੈਂ ਕੀ ਕਰੂੰਗਾ, ਇਸ ਨੇਮ ਨਾਮ ਦੇ ਐਰੇ ਦੇ ਵਿੱਚ ਮੁੱਲ ਪਵਾਉਂਗਾ, ਮੈਂ ਸਟ੍ਰਿੰਗ ਦੇ ਨਾਲ ਪਵਾਉਂਗਾ। ਹੁਣ ਕੀ ਕਰਦੇ ਹਾਂ ਆਪਾਂ, ਗੈਟ ਐਸ। ਗੈਟ ਐਸ ਮੀਨਸ ਕੀ ਹੁੰਦਾ, ਮੈਂ ਤੁਹਾਨੂੰ ਦੱਸਿਆ ਗੈਟ ਦਾ ਮਤਲਬ ਦੱਸਿਆ ਸੀ ਕਿ ਜਿਹੜਾ ਫੰਕਸ਼ਨ ਇਨਪੁੱਟ ਲਈ ਵਰਤੇ ਜਾਂਦਾ, ਐਸ ਦਾ ਮਤਲਬ ਸਟ੍ਰਿੰਗ। ਸੋ ਉਰੇ ਅਸੀਂ ਲਿਖ ਲੈਂਦੇ ਹਾਂ ਨੇਮ। ਇਸ ਦੇ ਨਾਲ ਕੀ ਹੋਗਾ ਕਿ ਉਹ ਨੇਮ ਦੇ ਵਿੱਚ ਇਨਪੁੱਟ ਹੋ ਜਾਊਗਾ। ਉਦੋਂ ਬਾਅਦ ਅਸੀਂ ਇੱਕ ਫੰਕਸ਼ਨ ਵਰਤਦੇ ਹਾਂ ਪੁੱਟਸ। ਪੁੱਟ ਦਾ ਮਤਲਬ ਜਿਹੜਾ ਇੱਕ ਆਊਟਪੁੱਟ ਫੰਕਸ਼ਨ ਹੈ। ਠੀਕ ਹੈ,
तो हुण असीं किहदी आउटपुट करना चाहुंदे आ, नेम दी। सो असीं इहदे विच लिखता नेम। हुण इस नाल हुण असीं प्रोग्राम चलाने आ, देखो आउटपुट। ਉਹਦੇ ਮਾਂ ਦਾ ਨਾਮ ਐਂਟਰ ਕਰਤਾ अंशुमन कंसल। ਹੁਣ ਉਸਨੇ ਕੀ ਆਊਟਪੁੱਟ ਕਰਤਾ, अंशुमन कंसल। ਹੁਣ ਅਸੀਂ ਨੈਕਸਟ ਸਟ੍ਰਿੰਗ ਫੰਕਸ਼ਨ ਬਾਰੇ ਗੱਲ ਕਰਾਂਗੇ। ਸੋ ਪਹਿਲੀ ਗੱਲ ਇਹ ਗੱਲ ਧਿਆਨ ਰੱਖਣੀ ਹੈ ਕਿ ਜਦੋਂ ਵੀ ਅਸੀਂ ਸਟ੍ਰਿੰਗ ਫੰਕਸ਼ਨ ਵਰਤੋਂ ਕਰਨੀ ਹੈ, ਉਸ ਲਈ ਅਸੀਂ ਕੀ ਕਰਾਂਗੇ, ਇੱਕ ਹੈਡਰ ਫਾਈਲ ਦਾਖਲ ਕਰਾਂਗੇ, ਹੈਸ਼ ਇਨਕਲੂਡ ਹੈ। ਹੁਣ ਹੈਡਰ ਫਾਈਲ ਦਾ ਨਾਮ ਕੀ ਹੈ, string.h। ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ string.h ਜੇ ਅਸੀਂ ਨਹੀਂ ਦਾਖਲ ਕਰਾਂਗੇ ਤਾਂ ਸਾਡਾ ਪ੍ਰੋਗਰਾਮ ਨਹੀਂ ਚੱਲੇਗਾ। ਓਕੇ, ਸੋ ਹੁਣ ਜਿਹੜਾ ਅਸੀਂ ਪਿਛਲਾ ਪ੍ਰੋਗਰਾਮ ਬਣਾਇਆ ਸੀ ਉਹਦੇ ਵਿੱਚ ਅਸੀਂ ਨੇਮ ਇਨਪੁਟ ਕੀਤਾ ਸੀ, ਸਾਨੂੰ ਗੈਟਸ ਦਾ ਕੰਮ ਵੀ ਪਤਾ ਲੱਗ ਗਿਆ। ਗੈਟ ਦਾ ਮਤਲਬ ਇਨਪੁਟ, ਐਸ ਦਾ ਮਤਲਬ ਸਟ੍ਰਿੰਗ, ਤਾਂ ਇੱਕ ਸਟ੍ਰਿੰਗ ਦੀ ਅਸੀਂ ਇਨਪੁਟ ਕਰਵਾ ਸਕਾਂਗੇ ਇਸ ਨਾਲ। ਹੁਣ ਮੈਂ ਚਾਹੁੰਦਾ ਕਿ ਜਿਹੜਾ ਵੀ ਮੈਂ ਨੇਮ ਇਨਪੁਟ ਕਰਾਊਂਗਾ ਕਿ ਮੈਂ ਉਹਦੀ ਲੰਬਾਈ ਦੱਸ ਸਕਾਂ, ਤਾਂ ਉਸ ਲਈ ਮੈਂ ਸਟ੍ਰਿੰਗ ਦਾ ਕਿਹੜਾ ਫੰਕਸ਼ਨ ਵਰਤੂੰਗਾ, strlen। ਜਿਹੜਾ strlen ਹੈ ਉਹ ਕੀ ਦੱਸਦਾ ਹੈ, ਸਟ੍ਰਿੰਗ ਦੀ ਲੰਬਾਈ ਦੱਸੂਗਾ। ਹੁਣ ਕਿਹੜੀ ਸਟ੍ਰਿੰਗ ਦੀ ਲੰਬਾਈ, ਨੇਮ ਦੀ। ਹੁਣ ਦੇਖੋ ਲੰਬਾਈ ਕਿਹਦੇ ਵਿੱਚ ਆਏਗਾ, ਇੰਟੀਜਰ 'ਚ, ਕਿਉਂਕਿ ਨੰਬਰ ਹੈ ਬਿਨਾਂ ਦਸ਼ਮਲਵ ਤੋਂ। ਮੂਰੇ ਲੈ ਲੈਣੇ ਇੱਕ ਨਵਾਂ ਵੇਰੀਏਬਲ ਲੈ ਲਿਆ ਮੈਂ ਲੈਂਥ ਨਾਮ ਦਾ। ਤਾਂ ਹੁਣ ਅਸੀਂ ਕੀ ਕਰਾਂਗੇ, printf, ਉਰੇ ਮੈਂ ਲਿਖ ਦਿੰਦਾ ਲੈਂਥ ਇਜ਼ %d, ਕੋਮਾ ਪਾ ਕੇ ਮੈਂ ਉਰੇ ਪਾਤਾ ਲੈਂਥ। ਹੁਣ ਦੇਖੋ ਅਸੀਂ ਇਹ ਕਿਵੇਂ ਚੱਲੇਗਾ। ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਚਲਾਵਾਂਗੇ ਤਾਂ ਉਹ ਇਨਪੁਟ ਲਈ ਵੇਟ ਕਰ ਰਿਹਾ, ਕਿਉਂਕਿ ਅਸੀਂ ਗੈਟਸ ਲਿਖਿਆ ਹੋਇਆ ਨਾ ਸਟ੍ਰਿੰਗ ਦੀ ਇਨਪੁਟ ਲਈ। ਹੁਣ ਮੰਨ ਲਓ ਮੈਂ ਪਾਤਾ अंशुमन कंसल ਪਾਤਾ, ਤਾਂ ਉਹਨ ਕਹਿੰਦਾ ਕਿੰਨੇ ਅੱਖਰ ਹੈ ਇਹਦੇ ਵਿੱਚ, ਕਿੰਨੇ ਕਰੈਕਟਰ ਹੈ, ਤਾਂ ਉਹ ਆ ਗਿਆ 15। ਹੁਣ ਉਹ ਕਿਉਂ ਆਇਆ, ਕਿਉਂਕਿ ਅਸੀਂ ਸਟ੍ਰਿੰਗ ਫੰਕਸ਼ਨ ਵਰਤੋਂ ਕੀਤੀ ਹੋਈ ਸੀਗੀ। ਦੂਜੀ ਗੱਲ ਬਸ ਇੰਨੀ ਗੱਲ ਧਿਆਨ ਰੱਖਿਓ ਕਿ ਜਿਹੜਾ ਵੀ ਸਟ੍ਰਿੰਗ ਫੰਕਸ਼ਨ ਹੋਏਗਾ ਉਹਦੇ ਅੱਗੇ str ਜ਼ਰੂਰ ਪਏਗਾ। str ਮਤਲਬ ਸਟ੍ਰਿੰਗ, len ਮਤਲਬ ਲੈਂਥ, ਸਟ੍ਰਿੰਗ ਦੀ ਲੰਬਾਈ। ਠੀਕ ਹੈ, ਸੋ ਅਸੀਂ ਨੈਕਸਟ ਫੰਕਸ਼ਨ ਕਰਦੇ ਹਾਂ, ਸਟ੍ਰਿੰਗ ਕੰਪੇਅਰ ਕਰਨਾ। str ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ str ਆਊਗਾ ਹੀ ਆਊਗਾ ਕਿਉਂਕਿ ਉਹ ਸਟ੍ਰਿੰਗ ਫੰਕਸ਼ਨ ਹੈ। cmp ਸਟ੍ਰਿੰਗ ਕੰਪੇਅਰ ਮੀਨਸ ਦੋ ਸਟ੍ਰਿੰਗਾਂ ਦੀ ਤੁਲਨਾ ਕਰਨੀ। ਹੁਣ ਦੇਖੋ ਮੈਂ ਉਰੇ ਮੈਂ ਪਾ ਦੇਣਾ ਇੱਕ ਗੈਟਸ, ਇੱਕ ਹੋਰ ਵੇਰੀਏਬਲ ਲੈ ਲਿਆ ਜਿਹਨੂੰ ਮੈਂ ਲੈ ਲਿਆ name2 ਲੈ ਲਿਆ, name2। ਹੁਣ ਮੈਂ ਇੱਕ ਰਿਜ਼ਲਟ ਲਈ ਵੇਰੀਏਬਲ ਲੈ ਲਿਆ ਤਾਂ ਕਿ ਆਪਾਂ ਨੂੰ ਪਤਾ ਲੱਗ ਜਾਏ ਕਿ ਉਹਨਾਂ ਦੀ ਜਦੋਂ ਅਸੀਂ ਤੁਲਨਾ ਕਰਾਂਗੇ ਤਾਂ ਜੋ ਵੀ ਰਿਜ਼ਲਟ ਆਊਗਾ ਤਾਂ ਅਸੀਂ ਦੇਖ ਸਕਦੇ ਹਾਂ। ਹੁਣ ਅਸੀਂ ਦੋ ਲੈ ਲਏ ਤਾਂ ਅਸੀਂ ਦੋ ਵਾਰੀ ਇਨਪੁਟ ਕਰਨਾ ਕਿਉਂਕਿ ਅਸੀਂ ਗੈਟਸ ਯੂਜ਼ ਕੀਤਾ ਨਾ। ਤਾਂ ਹੁਣ ਦੇਖੋ ਉਰੇ ਸਟ੍ਰਿੰਗ ਕੰਪੇਅਰ ਕਿਹਦੇ ਵਿੱਚ ਕਰਨਾ ਹੈ, ਨੇਮ ਤੇ name2। ਅਸੀਂ ਦੋਵਾਂ ਨੂੰ ਕੰਪੇਅਰ ਕਰ ਰਹੇ ਹਾਂ ਨਾ, ਤਾਂ ਉਰੇ ਦੋਵੇਂ ਹੀ ਪਾ ਦਾਂਗੇ ਸਟ੍ਰਿੰਗ ਕੰਪੇਅਰ ਦੇ ਵਿੱਚ। ਤਾਂ ਹੁਣ ਦੇਖੋ ਜਦੋਂ ਇਹ ਚੱਲੂਗਾ, ਮੈਂ ਇੱਕ ਦਾ ਨਾਮ ਪਾਤਾ ਹਰਦੀਪ ਪਾਤਾ, ਇੱਕ ਦਾ ਪਾਤਾ ਗਗਨ ਪਾਤਾ। ਹੁਣ ਉਹਨੇ ਕੀ ਦਿੱਤਾ 1। 1 ਦਾ ਮਤਲਬ ਕੀ ਹੈ ਕਿ ਉਹ ਬਰਾਬਰ ਨਹੀਂ ਹੈਗੇ। ਠੀਕ ਹੈ, ਹੁਣ ਮੈਂ ਕੀ ਕਰਦਾ, ਹੁਣ ਇਹਨਾਂ ਨੂੰ ਬਰਾਬਰ ਪਾਉਣਾ ਹੈ। ਤਾਂ ਤੁਸੀਂ ਇਹ ਗੱਲ ਹਮੇਸ਼ਾ ਧਿਆਨ ਰੱਖਿਓ ਕਿ ਜਦੋਂ ਵੀ ਉਹ ਦੋਵੇਂ ਸੇਮ ਹੋਣਗੇ, ਦੋਵੇਂ ਸਟ੍ਰਿੰਗਸ ਬਰਾਬਰ ਹੋਣਗੀਆਂ, ਤਾਂ ਉਹ ਹਮੇਸ਼ਾ ਕੀ ਦੇਗਾ, 0। ਆਪਾਂ ਹੁਣ ਦੇਖਦੇ ਹਾਂ। ਹੁਣ ਦੇਖੋ ਤਾਂ ਹੁਣ ਲੰਬਾਈ ਕੀ, ਆਪਾਂ ਉੱਤੇ ਗਲਤ ਲਿਖਿਆ ਹੋਇਆ, ਲੈਂਥ ਨਹੀਂ ਆਏਗਾ, ਉੱਤੇ ਕੁਛ ਵੀ ਲਿਖ ਸਕਦੇ ਤੁਸੀਂ। ਉਰੇ ਆਪਾਂ ਲਿਖ ਦਿੰਦੇ ਰਿਜ਼ਲਟ ਇਜ਼। ਠੀਕ ਹੈ, ਸੋ ਹੁਣ ਦੇਖੋ ਮੈਂ ਉਹਦਾ ਨਾਮ ਹੀ ਪਾਤਾ, ਪਹਿਲੀ ਸਟ੍ਰਿੰਗ 'ਚ ਵੀ ਉਹਦਾ ਨਾਮ ਪਾਤਾ। ਦੇਖੋ ਮੈਂ ਦੋ ਸਟ੍ਰਿੰਗਸ ਲਿੱਤੀ ਹੈ ਨਾ, ਪਹਿਲਾ ਵਾਲਾ ਜਿਹੜਾ ਪਾਇਆ ਉਹ ਨੇਮ 'ਚ ਚਲਾ ਜਾਏਗਾ ਗੈਟਸ ਦੇ ਨਾਲ, ਦੂਜੀ ਵਾਲਾ name2 'ਚ ਚਲਾ ਜਾਏਗਾ। ਠੀਕ ਹੈ, ਸੋ ਹੁਣ ਜੋ ਰਿਜ਼ਲਟ ਦੇਖਾਂਗੇ ਤਾਂ ਕੀ ਆ ਗਿਆ, 0। 0 ਮਤਲਬ ਦੋਵੇਂ ਬਰਾਬਰ ਹੈ। ਜੇ ਉਹ ਮਾਈਨਸ 'ਚ ਆਉਂਦੇ ਵੈਲਿਊ ਜਾਂ
प्लस जाती है वैल्यू तो वो बराबर नहीं हैगी। ठीक है, सो ये होंगे स्ट्रिंग कंपेयर का काम। हुण असीं नैक्सट फंक्शन की वरतों करांगे स्ट्रिंग कॉपी। स्ट्रिंग कॉपी का मतलब की होंदा है एक स्ट्रिंग नूं दूजी स्ट्रिंग विच कॉपी करना। तो हुण देखो मैं उरे दे दिना मैं जिहड़ी नेम स्ट्रिंग नूं है वो नेम 2 ਦੇ ਵਿੱਚ ਕਾਪੀ ਕਰਨਾ ਹੈ ਵੀ ਜਿਹੜਾ ਕੁਝ ਮੈਂ ਨੇਮ ਦੇ ਵਿੱਚ ਪਾਉਂਗਾ ਉਹ ਨੇਮ 2 ਦੇ ਵਿੱਚ ਵੀ ਪੈ ਜੇ। ਠੀਕ ਹੈ, ਉਹ ਪਾ ਕੇ ਫਿਰ ਅਸੀਂ ਕੀ ਕਰਾਂਗੇ ਉਹਨੂੰ ਸ਼ੋ ਕਰਵਾਵਾਂਗੇ ਸਕਰੀਨ ਤੇ। ਸ਼ੋ ਕਰਾਉਣ ਲਈ ਮੈਂ ਪੁੱਟਸ ਫੰਕਸ਼ਨ ਵਰਤ ਲੂੰਗਾ, ਮੈਂ ਤੁਹਾਨੂੰ ਦੱਸਿਆ ਹੀ ਹੋਇਆ। ਤਾਂ ਉਰੇ ਆਪਾਂ ਲਿਖ ਦਿੰਦੇ ਹਾਂ ਨੇਮ 2। ਠੀਕ ਹੈ, ਤੋ ਹੁਣ ਆਪਣਾ ਫੰਕਸ਼ਨ ਆਪਾਂ ਕਿਹੜਾ ਵਰਤ ਰਹੇ ਸੀਗੇ str, ਅਸੀਂ ਕਾਪੀ ਕਰਨਾ ਤਾਂ cpy। मैं तुम दसा कि स्ट्रिंग ली str तो नहीं आना क्योंकि स्ट्रिंग फंक्शंस है, cpy मीनस कॉपी करना। ठीक है, सो असी हम सिंपल प्रोग्राम चलाने इनू। हुण देखो मैं एक च पाता उसका नाम पाता अंशुमन, तो हुण जो मैं वो शो करवाया मैं एक च पाया सी बट दूजे वाला शो कराया तो दूजे च वो किवें आया अंशुमन। देखो मैं दूजे च कोई मुੱਲ तो पवाया ही नहीं जिवें पिछले प्रोग्राम च पवाया सी। ठीक है, उरे क्यों आया क्योंकि मैं जिहड़ा इहदा मुੱਲ सीगा ਉਹ नेम 2 ਚ ਪਵਾਇਆ। ठीक है, सो इस दे नाल ਉਹ ਦੂਜੇ ਚ ਕਾਪੀ ਹੋ ਗਿਆ। ओके, सो ਹੁਣ ਅਸੀਂ ਨੈਕਸਟ ਫੰਕਸ਼ਨ ਕਰਾਂਗੇ स्ट्रिंग कनकैटिनेशन। कनकैटिनेशन मीनस की ਹੁੰਦਾ दो स्ट्रिंग ਨੂੰ जोड़ना। देखो मैं उरे फंक्शन का नाम पहले बदल देना strcat। ठीक है, ਹੁਣ स्ट्रिंग कनकैटिनेशन किनू किनू जोड़ना चाहना है, मतलब मैं चाहना कि मैं जिहड़ा नेम 2 ते नेम नू जोड़ना है। पहले मैं दोवां दा मुੱਲ इनपुट कर लेना। हुण देखो मैं दोवां च मुੱਲ इनपुट कर लिया, फिर मैं चाहना कि उन्होंने जुड़ जान तो फिर मैं उन्होंने शो कर दूंगा। हुण देखो पहले आप इन्ने प्रोग्राम ही चलाने हैं, तुहानूं पता लगूगा। ਹੁਣ देखो जो ਅਸੀਂ ਆ प्रोग्राम चलावांगे मतलब ਹੁਣ ਜਿਹੜਾ मैं पहला ਮੁੱਲ पाऊंगा वो किहदे विच चला जाएगा नेम दे विच। ਹੁਣ जिवें मैं पहले च पाता अंशुमन पाता, ठीक है, दूजे च पाता कंसल, तो ਹੁਣ वो की हो गया वो जुड़ गया आपस दे विच, जुड़ के उन्हें शो करता। क्योंकि ਹੁਣ देखो ਹੁਣ वो किवें आया कंसल अंशुमन, क्योंकि आपां पहला की पाया सीगा आ देखो पहला आह पाया इन्हें नेम 2 नूं नेम दे नाल जोड़ता। ठीक है, सो जो असीं नेम 2 का मुੱਲ शो किया तो उस की आ गया वो जुड़ के आ गया। इनू कहते स्ट्रिंग कनकैटिनेशन। कनकैटिनेशन मीनस की होंदा जोड़ना स्ट्रिंग्स नू। ठीक है, सो हुण असीं नैक्सट फंक्शन करांगे हुण असीं करदे हां स्ट्रिंग रिवर्स। स्ट्रिंग रिवर्स str तो तुहानूं मैं दस्सिआ कि स्ट्रिंग फंक्शन लई पैना ही पैना है। उस तो बाद rev स्ट्रिंग रिवर्स की करेगा वो स्ट्रिंग के अखरां नूं उल्टा देगा। उन्हें सानू दूजी स्ट्रिंग की लोड़ जरूरत नहीं है तो असीं हटा दी। हुण देखो मैं की कीता पहला इनपुट करवा लिया स्ट्रिंग, फिर मैं उन्होंने उल्टाता, फिर मैं उन्होंने दोबारा शो करवाता। हुण तुसीं आउटपुट देखियो की आएगी। हुण मान लो मैं पाता ABC। ठीक है, हुण ABC किहदे विच पै जाएगा नेम नाम के वेरिएबल दे विच पै जाएगा। फिर वो की हो जाऊगा स्ट्रिंग रिवर्स REV मतलब रिवर्स, उन्होंने उल्टा दूगा, फिर वो आउटपुट कर दूगा शो कर दूगा स्क्रीन पर। हुण देखो आउटपुट तो आउटपुट क्या आ गई CBA क्योंकि उन्हें उन्होंने उल्टाता। ठीक है, ओके, हुण असीं नैक्सट करते हैं असीं तुलना भी कर लिया। हुण देखो असीं इहदे विच फंक्शन चैक करते हैं साडा होर किहड़ा पेंडिंग रह गया। strcat हो गया, str कंपेयर भी कर लिया। ठीक है, strrev हो गया रिवर्स। ठीक है, हुण साडे दो फंक्शन रह गए strlwr ते strupr। इन्हां दा मतलब हुंदा स्ट्रिंग नूं लोअर केस च बदलना अते स्ट्रिंग नूं अपर केस च बदलना। लोअर केस हुंदा छोटे अखर, अपर केस हुंदा वड्डे अखर। हुण देखो असीं किवें करदे हां, मतलब मैं दो स्ट्रिंग नूं इनपुट करवा लैना।
gets name to, ठीक है। फिर मैं की करदा STRLWR, ये की हुंदा है लोअर केस मीनस छोटे अक्षर, तो मतलब मैं पाता उरे नेम पाता, ठीक है। हुण वो नेम नू की कर देगा, वो छोटे अक्षरां च बदल देगा। मैं एक बारी तुहानूं दोवां दा सेम करके दिखा दिंदा, नेम टू, ठीक है। पुट्स नेम टू, हुण देखो इस नाल की होएगा, मैं पहला की कीता कि दो स्ट्रिंग्स इनपुट कीतियां, गैट्स दे नाल तुहानूं पता लग ही गया होएगा। फिर मैं उन्होंने लोअर केस च बदलता। हुण उहनूं कोई मतलब नहीं है कि असीं वड्डे अखर लिख रहे, जिहड़े मर्जी लिखे उन्हें छोटे अखरां च बदलता ना। फिर असीं उहनूं आउटपुट करता। असीं चैक करदे हां आउटपुट हुण देखो मैं ABC छोटे अखरां च पाता, ठीक है। एक च मैं A वड्डी पाती, BC हुण जिहड़ा आउटपुट आया, बट उहने की कीता, दोवां नूं छोटे अखरां च बदलता, क्योंकि असीं किहड़ा फंक्शन की वरतों कीती सी, स्ट्रिंग लोअर, STRLWR, ठीक है। हुण असीं जे इसे प्रोग्राम नूं असीं कन्वर्ट कर दिंदे हां STRUPR, ठीक है। UPR मीनस की हुंदा है अपर केस की हुंदा है वड्डे अखर। जे असीं स्ट्रिंग नूं वड्डे अखरां च बदलना है, तो असीं वो वरतदे हां STRUPR। हुण देखो मैं सेम प्रोग्राम नूं कन्वर्ट कर रहा मैं, ठीक है। तो मैं हुण की लिखिया ABC, ठीक है। ये छोटा लिखता, इस ए सेम डाटा पाया। हुण देखो उन्हें की कीता, दोवां नूं अपर केस च बदलता, ठीक है। सो यही आप तुहाडे सिलेबस दे विच फंक्शनस है। थैंक यू, हैव अ नाइस डे, बाय।